गुड मॉर्निंग स्टूडेंट्स। तो ਅੱਜ ਆਪਾਂ ਨਿਊਕਲੀਅਸ ਚੈਪਟਰ ਕਰਨਾ दैट इज 8th ਦਾ ਸੈਕਿੰਡ ਪਾर्ट है ये। ठीक है, 8th ਦਾ ਸੈਕਿੰਡ ਪਾर्ट है, ਨਿਊਕਲੀਅਸ ਚੈਪਟਰ है ਤੇ ਥਿਊਰੀ है बट इंटरस्टिंग थ्योरी है, नॉट ਜਿਵੇਂ ਪਿਛਲਾ ਚੈਪਟਰ ਸੀ ਉਵੇਂ ਨਹੀਂ ਹੋਊਗੀ। ਇਸ ਚ ਜਿਹੜੀ ਥਿਊਰੀ ਹੋਊਗੀ दैट वुड बी मोर इंटरेस्टिंग एज कंपेयर टू द प्रीवियस चैप्टर। ठीक है, तो सुनी चलो, नोट करी चलो। द चैप्टर नेम इज पेन सही तरीके ਨਾਲ प्रॉपरली वर्क नहीं कर रहा, इसलिए मैं दोबारा रीस्टार्ट किया पेन। ठीक है, तो आपके को जो चैप्टर का नेम है दैट इज न्यूक्लियस। 8th बी चैप्टर है ये, 8th का बी पार्ट है। ठीक है, इस सब तो पहले अपने को बेसिक थ्योरी होगी। तो थ्योरी सुनी चलो, इंटरस्टिंग है, सिंपल है, कोई औखी नहीं है। 10+1 पहले भी की केमिस्ट्री ਦੇ ਵਿੱਚ। ਤਾਂ ਆਪਣੇ ਕੋਲ ਕਿਸੇ ਵੀ ਐਟਮ ਦੇ ਵਿੱਚ ਨਿਊਕਲੀਅਸ ਹੁੰਦਾ ਹੈ। ਠੀਕ ਹੈ, ਜਿਹੜਾ ਨਿਊਕਲੀਅਸ ਹੁੰਦਾ ਹੈ ਇਸ ਦੇ ਵਿੱਚ ਆਪਣੇ ਕੋਲ ਕਿਹੜੀ ਚੀਜ਼ਾਂ ਹੁੰਦੀਆਂ ਨੇ। ਇਸ ਦੇ ਵਿੱਚ ਆਪਣੇ ਕੋਲ ਪ੍ਰੋਟੋਨਸ ਹੋਣਗੇ ਤੇ ਨਿਊਟਰੋਨਸ ਹੋਣਗੇ। ਉਸ ਤੋਂ ਬਾਅਦ ਆਪਣੇ ਕੋਲ ਆਊਟਰ ਪੈਰੀਫੇਰੀ ਦੇ ਇਲੈਕਟ੍ਰੋਨਸ ਹੋਣਗੇ। ठीक है, यही ਹੁੰਦਾ। ਤਾਂ ਹੁਣ ਜਿਹੜੇ ਇਲੈਕਟ੍ਰੋਨਸ ਨੇ these are revolving around the nucleus in elliptical or circular orbits, ਉਹ ਅਲੱਗ-ਅਲੱਗ ਸ਼ੇਪਸ ਹੁੰਦੀਆਂ ਨੇ। ਤਾਂ ਆਪਣੇ ਕੋਲ ਕਿਸੇ ਵੀ ਐਟਮ ਦੀ ਰਿਪਰੈਜ਼ੈਂਟੇਸ਼ਨ ਕਿਵੇਂ ਹੁੰਦੀ ਹੈ। ਐਟਮ ਕੈਨ ਬੀ ਰਿਪਰੈਜ਼ੈਂਟਡ ਬਾਈ ZXA। ਇੱਥੇ Z ਕੀ ਰਿਪਰੈਜ਼ੈਂਟ ਕਰਦਾ ਆਪਣੇ ਕੋਲ ਐਟੋਮਿਕ ਨੰਬਰ। ਧਿਆਨ ਨਾਲ ਦੇਖੋ, ਆਪਣੇ ਕੋਲ Z ਕੀ ਰਿਪਰੈਜ਼ੈਂਟ ਕਰਦਾ ਐਟੋਮਿਕ ਨੰਬਰ, ਇਹ ਕੀ ਰਿਪਰੈਜ਼ੈਂਟ ਕਰਦਾ ਐਟੋਮਿਕ ਮਾਸ। ਹੁਣ ਆਪਣੇ ਕੋਲ ਇਸ ਐਟਮ ਦੇ ਵਿੱਚ ਕਿੰਨੇ ਨੰਬਰ ਆਫ ਪ੍ਰੋਟੋਨਸ ਹੋਣਗੇ, ਕਿੰਨੇ ਨੰਬਰ ਆਫ ਇਲੈਕਟ੍ਰੋਨਸ ਹੋਣਗੇ ਤੇ ਕਿੰਨੇ ਨੰਬਰ ਆਫ ਨਿਊਟਰੋਨਸ ਹੋਣਗੇ। ਠੀਕ ਹੈ, ਉਹ ਚੀਜ਼ ਆ ਜਾਂਦੀ ਹੈ। ਹੁਣ ਪਹਿਲਾਂ ਆਪਣੇ ਕੋਲ ਆਉਂਦਾ ਹੈਗਾ ਕਿੰਨੇ ਨੰਬਰ ਆਫ ਪ੍ਰੋਟੋਨਸ ਨੇ। ਨੰਬਰ ਆਫ ਪ੍ਰੋਟੋਨ ਜਿੰਨਾ ਉਸਦਾ ਐਟੋਮਿਕ ਨੰਬਰ ਹੋਊਗਾ ਉਨੇ ਉਸ 'ਚ ਪ੍ਰੋਟੋਨਸ ਹੋਣਗੇ, ਜਿੰਨੇ ਪ੍ਰੋਟੋਨਸ ਹੋਣਗੇ ਉਨੇ ਉਸ 'ਚ ਇਲੈਕਟ੍ਰੋਨ ਹੋਣਗੇ, ਤਾਂ ਹੀ ਉਸ 'ਚ ਨਿਊਟਰਲ ਹੋਊਗਾ। ਜੇ ਆਪਣੇ ਕੋਲ ਨੰਬਰ ਆਫ ਇਲੈਕਟ੍ਰੋਨ ਨੰਬਰ ਆਫ ਪ੍ਰੋਟੋਨ ਦੇ ਇਕੁਅਲ ਹੋਣਗੇ ਤਾਂ ਜਾ ਕੇ ਉਹ ਨਿਊਟਰਲ ਬਣੂਗਾ। ਹੁਣ ਜਿੰਨਾ ਮਾਸ ਨੰਬਰ ਹੁੰਦਾ ਹੈ ਉਸ 'ਚੋਂ ਆਪਾਂ ਕੀ ਕਰਨਾ, ਪ੍ਰੋਟੋਨ ਮਾਈਨਸ ਕਰਾਂਗੇ, ਕਿਉਂਕਿ ਮਾਸ ਨੰਬਰ ਰਿਪਰੈਜ਼ੈਂਟ ਕਰਦਾ ਹੈ ਟੋਟਲ ਕਿੰਨਾ ਇਸ ਦੇ ਵਿਚਕਾਰ ਮਾਸ ਹੈ। ਤਾਂ ਜੇ ਆਪਣੇ ਕੋਲ ਪ੍ਰੋਟੋਨਸ Z ਨੰਬਰ ਹੋ ਗਏ ਤਾਂ ਨਿਊਟਰੋਨਸ ਕਿੰਨੇ ਬਚਣਗੇ, ਦੈਟ ਵੁੱਡ ਬੀ ਮੀਨਸ A ਮਾਈਨਸ Z। ਤਾਂ ਨੰਬਰ ਆਫ ਨਿਊਟਰੋਨਸ ਕਿੰਨੇ ਹੋ ਜਾਣਗੇ, A ਮਾਈਨਸ Z, ਜੋ ਕਿ ਹੁੰਦਾ ਆਪਣੇ ਕੋਲ ਨਿਊਟਰੋਨ ਆ ਵੈਸੇ ਹੀ ਨਿਊਟਰਲ ਹੁੰਦਾ, ਕੋਈ ਚਾਰਜ ਨਹੀਂ ਹੁੰਦਾ। ਪ੍ਰੋਟੋਨ 'ਚ ਪੋਜ਼ਿਟਿਵ ਚਾਰਜ ਹੁੰਦਾ ਤੇ ਇਲੈਕਟ੍ਰੋਨ ਤੇ ਨੈਗੇਟਿਵ ਚਾਰਜ ਹੁੰਦਾ ਹੈ। ਸਿੰਪਲ, ਈਜ਼ੀ ਬੇਸਿਕ ਟਰਮਸ ਨੇ, ਸਮਝੀ ਚਲੋ। ਤਾਂ ਆਪਣੇ ਕੋਲ ਇੱਕ ਵਰਡ ਆਉਂਦਾ ਆਪਣੇ ਕੋਲ 1 AMU, ਦਿਸ ਇਜ਼ ਕਾਲਡ ਐਟੋਮਿਕ ਮਾਸ ਯੂਨਿਟ। ਠੀਕ ਹੈ, ਐਟੋਮਿਕ ਮਾਸ ਯੂਨਿਟ ਕੀ ਹੋਊਗਾ ਆਪਣੇ ਕੋਲ ਕਿ ਇੱਕ ਪਾਰਟਿਕੂਲਰ ਪ੍ਰੋਟੋਨ ਜਾਂ ਨਿਊਟਰੋਨ ਦਾ ਕਿੰਨਾ ਮਾਸ ਆਪਣੇ ਕੋਲ ਹੁੰਦਾ, ਦੈਟ ਇਜ਼ ਕਾਲਡ ਐਟੋਮਿਕ ਮਾਸ ਯੂਨਿਟ। ਇਸ ਨੂੰ ਡਿਫਾਈਨ ਕਰਨ ਦਾ ਡਿਫਰੈਂਟ ਮੈਥਡ ਹੈ ਵਿਦ ਰਿਸਪੈਕਟ ਟੂ ਕਾਰਬਨ 12। ਪਹਿਲਾਂ ਵੀ ਤੁਸੀਂ +1 'ਚ ਕੀਤਾ ਹੋਊਗਾ, ਦੇਖ ਲਓ। ਇਟ ਇਜ਼ defined as 1/12 of mass of one atom of carbon 12 atom। ठीक है, तो कार्बन 12 वाले आइसोटोप ਦਾ ये कार्बन 12 वाले एटम ਦੇ ਇੱਕ ਐਟਮ ਦਾ ਕਿੰਨਾ ਮਾਸ ਹੈ ਜਾਂ ਫਿਰ 1/12 ਕਿੰਨਾ ਮਾਸ ਹੈ, ਦਿਸ ਇਜ਼ ਕਾਲਡ 1 AMU। ਉਸਨੂੰ ਸੋਲਵ ਵੀ ਕਰਾਂਗੇ, ਦੇਖ ਲਓ। वैसे डायग्राम की रिक्वायरमेंट नहीं है, इसमें आप गायब कर सकते हैं।
ਹੁਣ 1 AMU ਕਿਵੇਂ ਕਰਾਂਗੇ 1/12 ਦਾ, ਠੀਕ ਹੈ, ਕਿਵੇਂ ਪਾਰਟ ਕਰਾਂਗੇ, ਜਿਵੇਂ ਆਪਣੇ ਕੋਲ ਐਵੋਗੈਡਰੋ ਨੰਬਰ ਹੁੰਦਾ N0, ਇੰਨੇ ਐਟਮਸ ਹੁੰਦੇ ਨੇ ਇੱਕ ਮਾਸ ਯੂਨਿਟ ਦੇ ਵਿੱਚ, ਐਟਮਸ of C612 has mass ਕਿੰਨਾ ਹੋਊਗਾ 12 ਗ੍ਰਾਮ, ਗ੍ਰਾਮ ਨੂੰ ਆਪਾਂ kg ਚ ਕਨਵਰਟ ਕੀਤਾ, that comes out to be 12 into 10⁻³ kg। ਫਿਰ ਉਸ ਚੋਂ ਇੱਕ ਨੰਬਰ ਐਟਮ ਦਾ ਕਿੰਨਾ ਹੋ ਜਾਊਗਾ ਮਾਸ, that would be 12 into 10⁻³ divide by N0, ਇਹ ਹੋ ਗਿਆ ਇੱਕ ਐਟਮ ਦਾ ਮਾਸ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ 1/12 ਦਾ ਮਾਸ ਕਿੰਨਾ ਹੋ ਜਾਊਗਾ, ਹੋ ਜਾਊਗਾ 12 into 10⁻³ divide by N0 into 1/12, ਤਾਂ 12 ਨਾਲ 12 ਕੈਂਸਲ ਹੋ ਗਿਆ, ਆਪਣੇ ਕੋਲ ਕੀ ਬਚਿਆ 10⁻³ kg divide by N0। ਹੁਣ N0 ਦੀ ਵੈਲਿਊ ਪੁੱਟ ਕਰਦੇ ਹਾਂ ਆਪਾਂ, ਸਪੇਸ ਕ੍ਰੀਏਟ ਕਰ ਲਈਏ, ਤਾਂ ਆਪਣੇ ਕੋਲ 1 AMU ਐਵੇਂ ਡਿਫਾਈਨ ਕਰਾਂਗੇ, that would be equal to 10⁻³ and ਐਵੋਗੈਡਰੋ ਨੰਬਰ ਹੁੰਦਾ 6.023 10⁻23, ਤਾਂ ਇਹ ਸੋਲਵ ਕਰਕੇ ਬਣ ਜੂ 1.66 10⁻27। ਇਸ ਨੂੰ ਆਪਾਂ ਕਹਿ ਸਕਦੇ ਹਾਂ one particular element, ਜਿਸਨੂੰ ਆਪਾਂ ਪ੍ਰੋਟੋਨ ਜਾਂ ਨਿਊਟਰੋਨ ਕਹਿ ਸਕਦੇ ਹਾਂ, ਉਸ ਦੀ ਵੈਲਿਊ ਹੈ। ਤਾਂ ਆਪਣੇ ਕੋਲ 1 AMU ਕਿਹਦੇ ਕੋਲ ਬਣ ਜੂਗਾ, it would be 1.66 10⁻27 kg, this is value of 1 AMU, 1 atomic mass unit ਦੀ ਵੈਲਿਊ ਹੈ। ਸਿੰਪਲ, ਠੀਕ ਹੈ। ਤਾਂ ਆਪਣੇ ਕੋਲ ਹੋ ਗਿਆ ਕਿ ਇੱਕ ਐਟੋਮਿਕ ਮਾਸ ਦੇ, ਹੁਣ ਆਪਾਂ ਜਿੰਨਾ ਵੀ ਆਪਾਂ ਕਿਸੇ ਐਲੀਮੈਂਟ ਦਾ ਕਰਾਂਗੇ, ਛੇ ਧਿਆਨ ਨਾਲ ਦੇਖੋ, ਇੱਕ ਐਲੀਮੈਂਟ ਆਪਣੇ ਕੋਲ XZA, ਇਸ ਦੇ ਵਿੱਚ ਐਟੋਮਿਕ ਨੰਬਰ ਹੈ Z, ਐਟੋਮਿਕ ਮਾਸ ਨੰਬਰ ਹੈ A। ਹੁਣ ਮਾਸ ਨੰਬਰ A ਹੈ, ਬਟ ਉਸਦਾ ਮਾਸ ਕਿੰਨਾ ਹੋਊਗਾ, that would be A times AMU। ਤੇ AMU ਕੀ ਇੱਕ ਸਿੰਗਲ ਐਲੀਮੈਂਟ ਦਾ ਕੀ ਕਹਿ ਸਕਦੇ ਹਾਂ ਆਪਾਂ, ਬੇਸਿਕ ਐਲੀਮੈਂਟ ਹੈ, ਜਿਸਨੂੰ ਬੇਸ ਲੈ ਕੇ ਆਪਾਂ ਨੇ ਅੱਗੇ ਮੈਜ਼ਰਮੈਂਟਸ ਕਰਨੇ ਨੇ। ਇਹ ਕੀ ਹੈ ਆਪਣੇ ਕੋਲ, ਇਹ ਹੈ ਨੰਬਰ ਆਫ ਪ੍ਰੋਟੋਨਸ ਪਲੱਸ ਨੰਬਰ ਆਫ ਨਿਊਟਰੋਨਸ। ਪ੍ਰੋਟੋਨ ਤੇ ਨਿਊਟਰੋਨਸ ਦਾ ਸਿੰਗਲ ਦਾ ਮਾਸ ਕਿੰਨਾ ਆਪਣੇ ਕੋਲ 1 ਹੈ, ਠੀਕ ਹੈ। ਤਾਂ ਇਸ ਲੌਜਿਕ ਨਾਲ ਸਮਝੋ, ਬਾਕੀ ਆਪਾਂ ਕੁਐਸਚਨਸ ਕਰਦੇ ਹਾਂ, ਹੋਰ ਕਲੈਰੀਫਾਈ ਹੋਊਗਾ। ਤਾਂ ਆਪਾਂ ਇਹਦੀ ਐਗਜ਼ਾਮਪਲ ਲੈ ਕੇ ਐਕਸਪਲੇਨ ਕਰਦਾ ਮੈਂ, ਹੋਪ ਤੁਸੀਂ ਉੱਪਰਲਾ ਨੋਟ ਕਰ ਲਿਆ ਹੋਊਗਾ, ਨਹੀਂ ਨੋਟ ਹੋਇਆ ਪੌਜ਼ ਕਰੋ ਵੀਡੀਓ ਨੂੰ ਤੇ ਨੋਟ ਕਰੋ। ਹੁਣ ਇਹਦਾ ਲਿੰਕ ਕਰ ਰਹੇ ਹਾਂ, ਧਿਆਨ ਨਾਲ ਸਮਝੋ। ਲੈਟਸ ਸੇ ਕੋਈ ਵੀ ਚੱਕ ਲੈਂਦੇ, ਲੈਟਸ ਸੇ ਹੀਲੀਅਮ ਲੈ ਲੈਂਦੇ, ਹੀਲੀਅਮ ਦੀ ਕਨਫਿਗਰੇਸ਼ਨ ਜੇ 2,4, ਤੇ ਇਹਦਾ ਐਟੋਮਿਕ ਮਾਸ ਨੰਬਰ ਕਿੰਨਾ ਹੈ 4, ਤੇ ਐਟੋਮਿਕ ਮਾਸ ਕਿੰਨਾ ਹੋਊਗਾ, ਐਟੋਮਿਕ ਮਾਸ ਵੁੱਡ ਬੀ 4 times AMU, ਠੀਕ ਹੈ। ਆ ਧਿਆਨ ਰੱਖੋ ਕਿ ਉਹਦਾ ਮਾਸ ਕਿੰਨਾ ਹੋਊਗਾ, AMU ਦੀ ਫਾਰਮੈਟ ਦੇ ਵਿੱਚ ਹੋਊਗਾ, ਤੇ ਜਿਹੜਾ ਆਪਣੇ ਕੋਲ number ਹੋਊਗਾ atomic mass number, that represents number of protons plus number of neutrons present in the nucleus, that is represented by atomic mass number, ठीक है। ਤੇ next ਆਪਣੇ ਕੋਲ definitions ਆਣੀਆਂ ਨੇ, simple definitions ਨੇ, ਪਹਿਲਾਂ ਵੀ ਕੀਤੇ ਹੋਏ ਨੇ। ਪਹਿਲੇ ਇਹਦੇ isotopes, isotopes ਕਿਹਦੇ ਨੇ, same atomic number, ठीक है, ਆਪਾਂ ਕਹਿ ਸਕਦੇ same atomic number but different mass number, ਤੇ ਇਸ ਨੂੰ ਲਿਖਾਂਗੇ elements having same atomic number and different mass number are called isotopes, ठीक है। सिंपल एग्जाम्पल की बनती है अपने को, कार्बन ਦੀ ਲੈ ਲਓ 6C12
तो एटॉमिक नंबर थे सेम है इक्वल टू 6C14 तो एक की एग्जांपल होगी अपने को दिस इज एग्जांपल ऑफ आइसोटोप्स फिर अपने को डेफिनेशन आती है आइसोबार्स की आइसोबार्स की हो जाएंगे पुट्ठा चलूगा ठीक है सेम मास नंबर चलू एटॉमिक नंबर चेंज हो जाएगा तो इसकी हो जाएगा सेम ए है दैट इज मास नंबर बट डिफरेंट एटॉमिक नंबर हो जाएगा तो जेड डिफर कर जाएगा तो इस स्टेटमेंट की बनू एलिमेंट्स having same mass number but different atomic number एग्जांपल ਇੱਥੇ ਲੈ ਲੈਨੇ ਆਪਾਂ एग्जांपल ਹੋ ਗਈ ਆਪਣੇ ਕੋਲ C614 ਜਾਂ ਫਿਰ ਨਾਈਟ੍ਰੋਜਨ ਦਾ ਹੁੰਦਾ ਹੈ 14 ਮਾਸ ਇਹ ਆਪਣੇ ਕੋਲ एग्जांपल ਆ ਗਈ ठीक है this is the example of isobars और आर्गन ਦੀ ਦੇਖ ਲੈਨੇ आर्गन ਦਾ ਮਾਸ ਹੁੰਦਾ 14 ਨੰਬਰ ਐਟੋਮਿਕ ਨੰਬਰ ਹੁੰਦਾ 18 ਕੈਲਸ਼ੀਅਮ ਦਾ ਵੀ ਇਹੀ ਹੁੰਦਾ ਕੈਲਸ਼ੀਅਮ ਦਾ ਆਪਣੇ ਕੋਲ ਐਟੋਮਿਕ ਨੰਬਰ ਹੁੰਦਾ 20 ਬਟ ਮਾਸ ਨੰਬਰ 40 ਹੁੰਦਾ ਤਾਂ ਆਪਣੇ ਕੋਲ ਕਿਉਂਕਿ ਸਿਮਿਲਰ ਜੀ ਸਿਚੁਏਸ਼ਨ ਬਣ ਗਈ ठीक है फिर बने आइसोटोन्स ਤਾਂ ਆਈਸੋਟੋਨਸ ਕੀ ਹੋਣਗੇ ਜਿਨ੍ਹਾਂ ਐਟਮਸ ਦੇ ਵਿੱਚ ਸੇਮ ਨੰਬਰ ਆਫ ਨਿਊਟਰੋਨਸ ਹੋਣਗੇ ਡਿਫਰੈਂਟ ਐਲੀਮੈਂਟਸ ਹੋਣਗੇ ਬਟ ਨੰਬਰ ਆਫ ਨਿਊਟਰੋਨ ਸੇਮ ਹੋਣਗੇ ਠੀਕ ਹੈ ਤਾਂ ਆਪਣੇ ਕੋਲ ਬਣੂਗਾ ਦੋਜ਼ ਆਰ ਕਾਲਡ ਆਈਸੋਟੋਨ the statement is nuclei having same number of neutrons are called isotones nuclei having same number of न्यूट्रॉन जिन्हें च न्यूट्रॉन सेम होंगे ने उन्होंने की कहांगे ਆਪਾਂ आइसोटोन्स फॉर एग्जांपल 6C14 एंड 8O16 ਤਾਂ ਇਹਦੇ ਚ ਕੀ ਆਪਣੇ ਕੋਲ ਕਾਰਬਨ ਵਾਲੇ ਚ ਕਿੰਨੇ ਨੰਬਰ ਆਫ ਨਿਊਟਰੋਨਸ ਹੋਗੇ that comes out to be 8 ਤੇ 8O16 ਦੇ ਵਿੱਚ ਵੀ ਕਿੰਨੇ ਨੰਬਰ ਆਫ ਆਪਣੇ ਕੋਲ ਆ ਗਏ ਨਿਊਟਰੋਨਸ that is also 8 ਸਿੰਪਲ ਬੇਸਿਕ ਡੈਫੀਨੇਸ਼ਨਸ ਨੇ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਲਓ ਜੇ ਨਹੀਂ ਹੋਇਆ ਜੇ ਨਾਲ ਹੋ ਗਿਆ ਵਧੀਆ ਬੈਸਟ ਨੈਕਸਟ ਆਪਣੇ ਕੋਲ ਬੰਦਾ ਹੈਗਾ ਹੈਡਿੰਗ ਹੈ એનર્ਜੀ ਇੱਕ AMU ਦੇ ਕੋਰਸਪੋਂਡਿੰਗ ਕਿੰਨੀ એનર્ਜੀ emit ਹੁੰਦੀ ਹੈ એનર્ਜੀ equivalent to mass of 1 AMU एनर्जी equivalent to mass of 1 AMU ਇੱਕ AMU mass ਦੇ ਕੋਰਸਪੋਂਡਿੰਗ ਕਿੰਨੀ એનર્ਜੀ emit ਹੁੰਦੀ ਹੈ ਤਾਂ એનર્ਜੀ mass equivalence ਫਾਰਮੂਲਾ ਕੀ ਹੁੰਦਾ ਹੈ E is equal to delta M into C square delta M कितना 1 AMU 1 AMU ਚ mass कितना है 1.66 10 to minus 27 into 3 into 10 to 8 ਦਾ ਸਕੁਅਰ ਠੀਕ ਹੈ ਇਹ ਹੋ ਗਿਆ ਜਾਊਲਸ ਜੇ ਇਸ ਨੂੰ ਆਪਾਂ ਮੈਗਾ ਇਲੈਕਟ੍ਰੋਨ ਵੋਲਟ ਵਿੱਚ ਕਨਵਰਟ ਕਰਦੇ ਹਾਂ ਤਾਂ ਉਹ ਸੋਲਵ ਕਰਕੇ ਕਿੰਨੀ ਆ ਜਾਂਦੀ ਵੈਲਿਊ ਮਤਲਬ ਜੇ ਇਸ ਨੂੰ ਮੈਗਾ ਇਲੈਕਟ੍ਰੋਨ ਵੋਲਟ ਵਿੱਚ ਕਨਵਰਟ ਕਰਨਾ ਹੈ ਤਾਂ ਇਸ ਵੈਲਿਊ ਨੂੰ ਡਿਵਾਈਡ ਕਰਨਾ ਪਊ ਇਹ ਹੋ ਗਈ ਜਾਊਲ ਜਾਊਲ ਨੂੰ ਡਿਵਾਈਡ ਕਰਨ ਨੂੰ ਮੈਗਾ ਦੀ ਪਾਵਰ ਹੁੰਦੀ ਹੈ ਆਪਣੇ ਕੋਲ 6 ਠੀਕ ਹੈ ਗੀਗਾ ਹੁੰਦਾ 10^9 ਤੇ ਆਨਸਰ ਬਣ ਜੂ ਮੈਗਾ ਇਲੈਕਟ੍ਰੋਨ ਵੋਲਟ ਦੇ ਵਿੱਚ ਹੁੰਦਾ 1.6 10^-19 ਤੇ ਇਸ ਨੂੰ ਸੋਲਵ ਕਰਕੇ ਬਣੂਗਾ 931.25 MeV मतलब जे अपने कोल 1 AMU मास की गल करते हैं तो उसके कॉरस्पॉन्डिंग कितनी एनर्जी एमिट होंगी है 931.25 MeV ये अपना रिजल्ट है माइंड होना चाहिए कैलकुलेटर तो चेक कर सकते हो आंसर जो 930 931 के नेड़े तेड़े आ जाऊगा
that is good enough to remember or to calculate। ठीक है, तो approximately आंसर सेम ਚੱਲੂਗਾ ਇਸ 'ਚ। ਕੈਲਕੂਲੇਸ਼ਨ 'ਚ ਹਮੇਸ਼ਾ ਐਵੇਂ ਹੁੰਦਾ, ਬਟ ਜਿਹੜੀ ਆਪਾਂ ਵੈਲਿਊ ਯਾਦ ਰੱਖਣੀ ਹੁੰਦੀ ਹੈ ਉਹ ਹਮੇਸ਼ਾ ਆਪਾਂ ਨੇ ਬੁੱਕ ਵਾਲੀ ਵੈਲਿਊ ਯਾਦ ਰੱਖਣੀ ਹੁੰਦੀ ਹੈ ਜੋ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਬੁੱਕ ਦੇ ਵਿੱਚ। ਸਟੈਪ ਕਲੀਅਰ, ਸਿੰਪਲ ਹੈ। ਤਾਂ 1 AMU ਨੂੰ ਜੇ ਆਪਾਂ 1 AM ਮਾਸ ਨੂੰ ਜੇ ਆਪਾਂ એનર્ਜੀ 'ਚ ਕਨਵਰਟ ਕਰਾਂਗੇ ਤਾਂ ਆਪਾਂ ਨੂੰ ਕਿੰਨੀ એનર્ਜੀ ਮਿਲੂਗੀ, ਦੈਟ ਇਜ਼ 931.25 ਮੇਗਾ ਇਲੈਕਟ੍ਰੋਨ ਵੋਲਟ। ਮੇਗਾ ਦਾ ਮਤਲਬ ਹੁੰਦਾ 10⁶। ਨੈਕਸਟ ਹੈਡਿੰਗ ਵੀ ਹੈ, ਇਹੋ ਜਿਹੇ ਆਰਟੀਕਲਸ ਨੇ ਸਾਰੇ। ਠੀਕ ਹੈ, ਤਾਂ ਇਹ ਕਹਿੰਦਾ ਲਿਖਣ ਨੂੰ ਟਾਈਮ ਲੱਗਦਾ ਹੁੰਦਾ ਕਈ ਵਾਰ, ਤਾਂ ਇਸਨੂੰ ਪੌਜ਼ ਕਰੋ ਫਿਰ ਆਰਾਮ ਨਾਲ ਨੋਟ ਕਰੋ। ਨੈਕਸਟ ਹੈ ਸਾਈਜ਼ ਆਫ ਨਿਊਕਲੀਅਸ। ਤਾਂ ਸਾਈਜ਼ ਆਫ ਨਿਊਕਲੀਅਸ ਵਾਸਤੇ ਆਰਟੀਕਲ ਹੈ, ਧਿਆਨ ਨਾਲ ਦੇਖੀ ਚੱਲੋ। ਤਾਂ ਕਿਸੇ ਵੀ ਨਿਊਕਲੀਅਸ ਦਾ ਜਿਹੜਾ ਵੋਲਿਊਮ ਹੋਊਗਾ, ਠੀਕ ਹੈ, ਵੋਲਿਊਮ ਆਫ ਨਿਊਕਲੀਅਸ किस पे डिपेंड करूँ अपने को, दैट विल डिपेंड ऑन मास नंबर। तो वॉल्यूम का फॉर्मूला क्यू 4/3 पाई आर क्यूब। आप एज्यूम कर रहे हैं कि जो न्यूक्लियस साइज है दैट इज सर्कुलर इन शेप। सर्कुलर इन शेप है तो कि स्फीयर, स्फीयर इन 3D है। मास नंबर कितना होता है ए। तो इथों अपने को 4/3 ते पाई के कांस्टेंट है तो आर क्यूब के प्रोपोर्शन हो गया ए। तो इथों अपने को आर के प्रोपोर्शन हो गया दैट इज प्रोपोर्शनल टू a⁻⁴। ठीक है, तो इथों आप सॉल्व करांगे तो आर के लो जो r0 e⁻⁴। r0 क्योंकि कांस्टेंट टर्म। ठीक है, इथे आप हेयर r0 लिखांगे empirical constant whose value is 1.2 into 10⁻⁻15 मीटर। तो r0 की वैल्यू कितनी हो जाएगी 1.2 into 10⁻⁻15 मीटर। ठीक है, तो अपने को हो गया दिस इज रेडियस ऑफ सर्कल, रेडियस ऑफ न्यूक्लियस। नोट कर लो आराम नाल। फिर अपने को आ जाता डेंसिटी ऑफ न्यूक्लियस। डेंसिटी ऑफ न्यूक्लियस, तो डेंसिटी का फॉर्मूला क्या होता अपने को, दैट इज मास बाय वॉल्यूम। डेंसिटी कितनी होता मास बाय वॉल्यूम। ठीक है, तो आप लेट करांगे इथे स्मॉल m है मास ऑफ ईच न्यूक्लियन। तो न्यूक्लियन की जो अपने को ਜਿਹੜੇ ਪਾਰਟੀਕਲਸ ਨਿਊਕਲੀਅਸ ਦੇ ਇਨਸਾਈਡ ਹੋਣਗੇ ਉਹਨਾਂ ਸਾਰੇ ਪਾਰਟੀਕਲਸ ਨੂੰ ਸਿੰਗਲ ਨੇਮ ਦਿੱਤਾ ਜਾ ਸਕਦਾ ਦੈਟ ਇਜ਼ ਕਾਲਡ ਨਿਊਕਲੀਅਨ। ਠੀਕ ਹੈ, ਤਾਂ ਪ੍ਰੋਟੋਨ ਵੀ ਇੱਕ ਨਿਊਕਲੀਅਨ ਹੈ ਆਪਣੇ ਕੋਲ ਤੇ ਨਿਊਟਰੋਨ ਵੀ ਇੱਕ ਨਿਊਕਲੀਅਨ ਹੈ ਆਪਣੇ ਕੋਲ। ਤਾਂ ਆਪਾਂ ਮੈਂਸ਼ਨ ਕਰ ਲਾਂਗੇ ਇੱਥੇ ਸਾਈਡ ਤੇ ਨਿਊਕਲੀਅਨ ਕੀ ਹੈ ਆਪਣੇ ਕੋਲ ਪਾਰਟੀਕਲ ਇਨਸਾਈਡ न्यूक्लियस केड़े ने दैट आर प्रोटॉन्स प्लस न्यूट्रॉन्स। ठीक है, तो प्रोटॉन्स प्लस न्यूट्रॉन्स के हो गए अपने को न्यूक्लियंस हो गए। लेट m की हो गया मास ऑफ ईच न्यूक्लियन हो गया, a की हो गया अपने को मास नंबर ऑफ एटम हो गया। तो अपने को टोटल मास ऑफ न्यूक्लियस कितना आ गया, सो टोटल मास ऑफ nucleus will be is equal to m into a। तो अपने को टोटल मास ऑफ न्यूक्लियस कितना हो गया m into a बन गया दैट इज m की अपने को मास न्यूक्लियंस का मास है एक न्यूक्लियन का मास है कैपिटल A की है नंबर ऑफ न्यूक्लियंस ने। ठीक है, तो जितना मास नंबर है उन्ने ही नंबर ऑफ न्यूक्लियंस ने। इथे चाहे लिखना लिख सकते हैं नंबर ऑफ न्यूक्लियंस इनसाइड द न्यूक्लियस, और भी लिख सकते हैं अपन
ਤਾਂ ਆਪਣੇ ਕੋਲ ਟੋਟਲ ਮਾਸ ਆ ਗਿਆ, ਤਾਂ ਵੋਲਿਊਮ ਆਫ ਨਿਊਕਲੀਅਸ ਇਸ ਕਿੰਨਾ ਬਣਿਆ 4/3 ਪਾਈ ਆਰ ਕਿਊਬ। 4/3 ਪਾਈ ਆਰ ਦੀ ਵੈਲਿਊ ਕਿੰਨੀ ਬਣ ਜੂਗਾ ਆਪਣੇ ਕੋਲ, ਇਹ ਤੋਂ ਪਿਕ ਕਰਾਂਗੇ ਆਰ ਨੋਟ a raised to power 1/3 ਦਾ ਕਿਊਬ, ਤਾਂ ਕਿੰਨਾ ਬਣ ਜੂ 4/3 ਪਾਈ ਆਰ ਨੋਟ ਕਿਊਬ ਇੰਟੂ a। ਠੀਕ ਹੈ, ਤਾਂ ਇੱਕ ਹੀ ਚੀਜ਼ ਬਣ ਗਈ ਆਪਣੇ ਕੋਲ, ਇੱਕ ਕੌਂਸਟੈਂਟ ਟਰਮ ਬਣ ਗਈ। ਇੱਥੇ ਆਪਾਂ ਨੇ ਡੈਂਸਿਟੀ ਫਾਈਂਡ ਕਰਨੀ ਸੀ, ਤਾਂ ਆਪਣੇ ਕੋਲ ਵੋਲਿਊਮ ਕਿੰਨਾ ਆ ਗਿਆ, ਇਟ ਕਮਸ ਆਊਟ ਵੀ 4/3 ਪਾਈ ਆਰ ਨੋਟ ਕਿਊਬ ਇੰਟੂ a। ਟੋਟਲ ਮਾਸ ਕਿੰਨਾ ਆ ਗਿਆ m ਇੰਟੂ a। ਤਾਂ ਆਪਣੇ ਕੋਲ ਡੈਂਸਿਟੀ ਕਿੰਨੀ ਹੈ, density is equal to mass by volume। mass कितना है अपने को m into a, वॉल्यूम कितना है 4/3 पाई r नॉट क्यूब a। इन नाले कैंसिल हो गया, इट वुड बी 3m/4 पाई r नॉट क्यूब। ये अपने को होगी वैल्यू डेंसिटी की, तो डेंसिटी कितनी आएगी 3m/4 पाई r नॉट क्यूब। ਹੁਣ ਇੱਥੇ m ਕੀ ਆਪਣੇ ਕੋਲ ਮਾਸ ਆਫ ਈਚ ਨਿਊਕਲੀਓਨ ਹੈ, ਹਰ ਇੱਕ ਪਾਰਟੀਕਲ ਦਾ ਮਾਸ ਹੋ ਗਿਆ, 4 ਪਾਈ ਤੇ 3 ਕਾਂਸਟੈਂਟ ਹੋ ਗਿਆ, r ਨੋਟ ਕੀ ਹੋ ਗਿਆ ਇੰਪੀਰੀਕਲ ਕਾਂਸਟੈਂਟ ਜਿਹਦੀ ਵੈਲਿਊ ਕਿੰਨੀ ਹੈ ਆਪਣੇ ਕੋਲ, m ਕੀ ਹੈ 1 AMU, r नोट की अपने को 1.2 10⁻⁻15 मीटर। तो अपने को की होगी फिक्स्ड वैल्यूज होगी, वी कैन नॉट चेंज दिस। तो अपने को सारा की डेंसिटी की बन गई फिक्स्ड बन गई, तो डेंसिटी की बन गई फिक्स्ड बन गई कांस्टेंट बन गई, ये भी न्यूमेरिकल वैल्यू होगी फिक्स वाली। ये लॉजिक समझे, तो डेंसिटी की होगी अपने को फिक्स वाली हो जाएगी, जिसकी कुछ पर्टिकुलर न्यूमेरिकल वैल्यू होगी, फॉर सारे एटम्स वास्ते डेंसिटी की होगी सेम होगी। ठीक है, तो सारे एटम्स वास्ते अपने को डेंसिटी की चल रही है दैट इज सेम फॉर ऑल द एटम्स। नोट कर लो, दोबारा देख लो कि ये अपने को डेंसिटी का फॉर्मूला होता है मास बाय वॉल्यूम। तो मास की फाइंड किया टोटल का, दैट इज न्यूक्लियन द मास इनटू नंबर ऑफ न्यूक्लियस, दिस गिव्स द मास ऑफ टोटल एटम या टोटल न्यूक्लियस डिवाइड बाय वॉल्यूम। वॉल्यूम द फॉर्मूला 4/3 पाई आर क्यूब, आर दी वैल्यू की पुट की है आर नॉट ए रेज़ टू पावर 1/3, आ वाली वैल्यू पुट की है, सॉल्व करके आर नॉट क्यूब ए बन गया, ए वॉल्यूम आ गई वैल्यू, ए मास की वैल्यू आ गई, दोनों ने डिवाइड करता तो अपने को की बन गया कांस्टेंट वैल्यू आ गई। ठीक है, वीडियो ने पॉज करो चाहे, बट इसमें प्रॉपर्ली नोट कर लो सारे। तो अपने को नोट बना के एक दो पॉइंट्स ने देख लो। पहला पॉइंट की है कि जेड़ा अपने को डेंसिटी है वो इंडिपेंडेंट है मास, क्योंकि इस अपने को की हो गया किसी भी एलिमेंट के उत्ते डिपेंड नहीं कर रही। ठीक है, मतलब हरेक एटम वास्ते की हो जूगी, ये फिक्स हो जू, हरेक न्यूक्लियस वास्ते फिक्स हो जू। तो आप लिखांगे इट मीन्स nucleus density is independent of मास नंबर। तो मास नंबर तो डिपेंड नहीं कर रही, चाहे छोटा है अपने को न्यूक्लियस है, चाहे बड़ा न्यूक्लियस है, सारे दी अपने को डेंसिटी की चलूगी सेम चलूगी। ठीक है, तो न्यूक्लियस डेंसिटी चलूगी दैट वुड बी सेम फॉर ऑल द एटम्स। सेकंड अपने को बनता है कि इसकी जी वैल्यू है, इट्स वैल्यू इज अराउंड 10⁻17 kg पर मीटर क्यूब। तो इसकी वैल्यू कितनी है 10⁻17 kg पर मीटर क्यूब दे अप्रोक्सीमेटली वैल्यू होगी। कैलकुलेटर जाके सॉल्व कर सकते वैल्यूज ਨੂੰ।
क्लियर हो जाऊगा, बट ਉਹਦਾ ਕੋਈ यूज नहीं होगा। सेक्लियर ये अपने को दो अपने को नोट हो गए। फिर अपने को की बनता है, अपने को नेक्स्ट टॉपिक बन जाता है, दैट इज न्यूक्लियर फोर्सेस। थ्योरी थ्योरी है सारी आज, ठीक है। इंटरेस्टिंग थ्योरी है, बोरिंग नहीं है, सुनी चलो। मेरे अकॉर्डिंग तो पर्सनल लेवल ਤੇ ਤਾਂ ਇੰਟਰਸਟਿੰਗ ਹੈ, ਬਾਕੀ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਨੂੰ ਇੰਟਰਸਟਿੰਗ ਲੱਗਦੀ ਕਿ ਬੋਰਿੰਗ ਲੱਗਦੀ। ਕੱਲ ਦੀ ਦੋ ਡੈਫੀਨੇਸ਼ਨਸ ਪੈਂਡਿੰਗ ਸੀ, ਉਹ ਵੀ ਕਰਾਣੀਆਂ ਨੇ, बट एक बार ये न्यूक्लियर फोर्स वाला टॉपिक कंप्लीट कर लिए फिर उस ते आने आ, ठीक है। तो अपने को फर्स्ट लिस्ट बनती है न्यूक्लियर फोर्सेस की, उन्होंने जिस फोर्स नाल न्यूक्लियस ने प्रोटॉन्स ते न्यूट्रॉन्स आर कॉल्ड न्यूक्लियस, जिस फोर्स नाल न्यूक्लियस ने किसी ਨੂੰ अट्रैक्ट ਕੀਤਾ ਹੁੰਦਾ ਇਨਸਾइड ਦਾ ਨਿਊਕਲੀਅਸ, ਕਿ ਇੰਨੀ ਛੋਟੀ ਜਿਹੀ ਜਗ੍ਹਾ ਤੇ ਇੰਨਾ ਸਾਰਾ ਮਾਸ ਇਕੱਠਾ ਕੀਤਾ ਪਿਆ, ਤਾਂ ਉਸ ਅਟਰੈਕਟਿਵ ਫੋਰਸ ਨੂੰ ਕੀ ਕਹਾਂਗੇ ਆਪਾਂ, ਨਿਊਕਲੀਅਰ ਫੋਰਸ, ठीक है। द फोर्स which holds all the nucleons together inside the nucleus is called nuclear force। ਤਾਂ ਸਭ ਤੋਂ strongest force ਹੈ nature ਦੀ, ਜਿਹੜੀ nucleus ਦੇ inside protons ਤੇ neutrons ਨੂੰ ਆਪਸ ਵਿੱਚ hold ਕਰਕੇ ਰੱਖਦੀ ਹੈ, that is called nuclear force, ठीक है। ਤੇ ਫਿਰ ਆ ਜਾਂਦਾ ਇਹਦੀ properties। properties ਦੇਖ ਲਓ, properties ਕੀ ਆ ਜਾਣਗੀਆਂ ਆਪਣੇ ਕੋਲ। ਫਸਟ ਆ ਜਾਂਦਾ ਕਿ ਇਹ ਚਾਰਜ ਤੋਂ ਇੰਡੀਪੈਂਡੈਂਟ ਹੈ। फर्स्ट प्रॉपर्टी है न्यूक्लियर फोर्स इज independent of charge, that is proton attract protons। मतलब ਇਹ ਜਿਵੇਂ ਆਪਣੀ ਇਲੈਕਟ੍ਰੋਸਟੈਟਿਕ ਹੁੰਦੀ ਹੈ ਫੋਰਸ, ਉਹ ਕੀ ਹੁੰਦੀ ਹੈ ਆਪਣੇ ਕੋਲ, ਉਹ ਚਾਰਜ ਤੇ ਡਿਪੈਂਡ ਹੁੰਦੀ ਹੈ। मतलब ਜੇ ਸੇਮ ਚਾਰਜ ਹੈ ਤੇ ਪਹਿਲੂ, ਜੇ ਆਪੋਜ਼ਿਟ ਚਾਰਜ ਹੈ ਤਾਂ ਅਟਰੈਕਟ ਹੋ, ਇਸ ਚ ਨਹੀਂ ਹੁੰਦਾ। ਇਸ ਚ ਪ੍ਰੋਟੋਨ ਅਟਰੈਕਟ ਕਰੂ ਪ੍ਰੋਟੋਨ ਨੂੰ, ਨਿਊਟਰੋਨ ਅਟਰੈਕਟ ਕਰੂ ਪ੍ਰੋਟੋਨ ਨੂੰ, ਨਿਊਟਰੋਨ ਅਟਰੈਕਟਸ proton and neutron attracts neutron, attracts neutron, ठीक है। तो अपने को हो गया न्यूक्लियर फोर्स क्योंकि इंडिपेंडेंट ऑफ चार्ज होगी। सब तो स्ट्रॉन्गेस्ट फोर्स है, सेकंड पॉइंट है इट इज द स्ट्रॉन्गेस्ट फोर्स इन नेचर, इट इज स्ट्रॉन्गेस्ट फोर्स ऑपरेटिंग इन नेचर। नेचर से जेडी फोर्स लग रही है सब तो स्ट्रॉन्गेस्ट वाली केड़ी अपने को न्यूक्लियर फोर्स है। स्पेस क्रिएट कर रहे हैं पॉइंट्स ਨੂੰ ਹੋਰ ਲਿਖਣ ਵਾਸਤੇ। ਤੁਹਾਡਾ ਜਿਹੜਾ ਪੁਆਇੰਟ 'ਚ ਰਹਿ ਜਾਂਦਾ ਕੋਈ ਤਾਂ ਪਿੱਛੇ ਵੀਡੀਓ ਨੂੰ ਪਿੱਛੇ ਬੈਕ ਕਰਕੇ ਜਾਂ ਪੌਜ਼ ਕਰਕੇ ਆਰਾਮ ਨਾਲ ਨੋਟ ਕਰੋ। सेकंड पॉइंट हो गया। थर्ड पॉइंट भी है इट इज शॉर्ट रेंज फोर्स। शॉर्ट रेंज का मतलब छोटी डिस्टेंस वैलिड है, ਜਦੋਂ डिस्टेंस ਵੱਧ ਜਾਂਦਾ है फोर्स एक्ट नहीं करती। शॉर्ट रेंज फोर्स ਤੇ रेंज ਵੀ ਕਿੰਨੀ ਹੋਊਗੀ ਆਪਣੇ ਕੋਲ, ਜਿੰਨਾ ਨਿਊਕਲੀਅਰ ਡਿਸਟੈਂਸ ਹੈ, ਕਿੰਨਾ 10⁻⁻15 ਮੀਟਰ ਦੇ ਅਪਰੋਕਸ ਡਿਸਟੈਂਸ ਦੇ ਵਿੱਚ ਇਹ ਵੈਲਿਡ ਹੋ, ਉਸ ਤੋਂ ਬਾਹਰ ਇਹ ਐਕਟ ਨਹੀਂ ਕਰ ਸਕਦੀ, ਠੀਕ ਹੈ। ਇਟ ਡਜ਼ਨਟ ਓਬੇ ਇਨਵਰਸ ਸਕੇਲ ਲਾ, ਇਨਵਰਸ ਸਕੇਅਰ ਲॉ, तो ये इनवर्स स्केल लॉ ਨੂੰ ओबे नहीं करती। तो फोर्स इज प्रोपोर्शनल टू 1/r स्केल नहीं है इतने, ठीक है, क्योंकि ਇਹਦਾ ਕੋਈ ਫਾਰਮੂਲਾ ਹੀ ਨਹੀਂ ਹੁੰਦਾ। इट इज नॉन सेंट्रल क्योंकि ਇਸ ਜਿਹੜਾ रोटेट हो रहे ने ਕਿਸੇ सेंटर ਦੇ ਦੁਆਲੇ, इट इज नॉन सेंट्रल एंड हेंस नॉन कंजर्वेटिव फोर्स,
नॉन सेंट्रल हेंस नॉन कंजर्वेटिव फोर्स। पॉइंट्स काफी सारे ने थे, देखिए चलो। 6 बनता है इट इज स्पिन डिपेंडेंट फोर्स। इट इज स्पिन डिपेंडेंट फोर्स। स्पिन डिपेंडेंट फोर्स ਕਿਹੜੀ ਹੁੰਦੀ ਹੈ, ਜਿਹੜੀ ਸਪਿਨ ਤੇ ਡਿਪੈਂਡ ਕਰੇ। ਮਤਲਬ ਜਿਹੜਾ ਆਪਣੇ ਕੋਲ ਵਿਚਕਾਰ ਨਿਊਕਲੀਅਨ ਹੈ, ਨਿਊਟਰੋਨ ਜਾਂ ਪ੍ਰੋਟੋਨ ਹੈ, ਉਹ ਕਲੌਕਵਾਈਜ਼ ਰੋਟੇਟ ਹੋ ਰਿਹਾ ਜਾਂ ਫਿਰ ਐਂਟੀ ਕਲੌਕਵਾਈਜ਼ ਰੋਟੇਟ ਹੋ ਰਿਹਾ ਆਪਣੀ ਐਕਸਿਸ ਦੇ ਦੁਆਲੇ, ਕਿਉਂਕਿ ਕਿਸੇ ਹੋਰ ਐਕਸਿਸ ਦੇ ਦੁਆਲੇ ਤਾਂ ਰੋਟੇਟ ਹੋ ਨਹੀਂ ਰਹੇ, ਉਹ ਸਿਰਫ ਸਪਿਨ ਕਰ ਰਹੇ ਨੇ, ਤਾਂ ਇਹ ਸਪਿਨ ਤੇ ਡਿਪੈਂਡ ਕਰ ਰਿਹਾ, ਤੇ ਸਪਿਨ ਡਿਪੈਂਡੈਂਟ ਫੋਰਸਿਸ ਨੇ। ਠੀਕ ਹੈ, ਫਿਰ ਆਂਦਾ ਆਪਣੇ ਕੋਲ 7th ਪੁਆਇੰਟ, ਨਿਊਕਲੀਅਰ ਫੋਰਸਿਸ show saturation properties। ਸੈਚੂਰੇਸ਼ਨ ਪ੍ਰੋਪਰਟੀਜ਼ ਦਾ ਮਤਲਬ ਕੀ ਹੁੰਦਾ ਹੈਗਾ ਕਿ ਇੱਕ ਲਿਮਿਟ ਤੋਂ ਬਾਅਦ ਇਹ ਫੋਰਸਿਸ ਐਕਟ ਕਰਨਾ ਬੰਦ ਕਰ ਦਿੰਦੀਆਂ ਨੇ। ਇਹਦੀ ਐਗਜ਼ਾਮਪਲ ਆਉਂਦੀ ਹੈ ਆਪਣੇ ਕੋਲ, ਜਿਹੜੇ ਐਲੀਮੈਂਟਸ ਅਨਸਟੇਬਲ ਹੁੰਦੇ ਨੇ, ਜਿਨ੍ਹਾਂ ਦਾ ਐਟੋਮਿਕ ਨੰਬਰ 92 ਤੋਂ ਜ਼ਿਆਦਾ ਹੁੰਦਾ ਹੈ, ਉਹਨਾਂ ਦੇ ਵਿੱਚ ਕੀ ਹੁੰਦਾ ਹੈ, ਨੰਬਰ ਆਫ ਪ੍ਰੋਟੋਨਸ ਤੇ ਨਿਊਟਰੋਨਸ ਦੀ ਕੁਆਂਟੀਟੀ ਵੱਧ ਜਾਂਦੀ ਹੈ। ਜਦ ਪ੍ਰੋਟੋਨਸ ਤੇ ਨਿਊਟਰੋਨਸ ਦੀ ਕੁਆਂਟੀਟੀ ਵੱਧ ਜਾਂਦੀ ਹੈ ਤਾਂ ਉਹ ਨਿਊਕਲੀਅਰ ਫੋਰਸਿਸ ਉਹਨਾਂ ਨੂੰ ਹੋਲਡ ਨਹੀਂ ਕਰ ਸਕਦੇ, ਤਾਂ ਕੰਟੀਨਿਊਸਲੀ ਰੇਜ਼ ਐਮਿਟ ਕਰਦੇ ਨੇ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹਾਂ, ਅਲਫਾ ਬੀਟਾ ਗਾਮਾ ਰੇਜ਼ ਕਹਿ ਦਿੰਦੇ ਹਾਂ, ਰੇਡੀਓ ਐਕਟੀਵਿਟੀ ਕਹਿ ਦਿੰਦੇ ਹਾਂ। ਤਾਂ ਇਹ ਕੀ ਸ਼ੋ ਕਰਦੇ ਨੇ, ਸੈਚੂਰੇਸ਼ਨ ਪ੍ਰੋਪਰਟੀ ਹੈ ਕਿ ਉਸ ਤੋਂ ਬਾਅਦ, ਉਸ ਪਾਰਟੀਕੂਲਰ ਫਿਲਿੰਗ ਤੋਂ ਬਾਅਦ, ਉਸ ਪਾਰਟੀਕੂਲਰ ਲਿਮਿਟ ਤੋਂ ਬਾਅਦ ਉੱਥੇ ਫੋਰਸਿਸ ਕੀ ਐਕਟ ਕਰਨੀਆਂ ਘਟ ਜਾਂਦੀਆਂ ਨੇ ਜਾਂ ਬੰਦ ਕਰ ਦਿੰਦੀਆਂ ਨੇ। ਤੇ ਰੇਡੀਓ ਐਕਟੀਵਿਟੀ ਇਸੇ ਚੱਕਰ ਚ ਹੁੰਦੀ ਹੈ ਕਿਉਂਕਿ ਫੋਰਸਿਸ ਐਕਟ ਨਹੀਂ ਕਰਦੀ ਹੈ। 8th ਪੁਆਇੰਟ ਕੀ ਬੰਦਾ ਆਪਣੇ ਕੋਲ, ਨਿਊਕਲੀਅਰ forces vary with distance। short range forces है ना, तो distance ਨਾਲ vary करनगियां as follows। ਇਹਦੀ diagram है, तो nuclear forces की करनी है, change करनी है according to distance, ਜਿਹਦੀ diagram next वाली है, देख लो। This is the nuclear force ਇਸ ਤਰੀਕੇ ਨਾਲ ਹੈ। ਤਾਂ ਆਪਣੇ ਕੋਲ ਹੈ 10 ਫਰਮੀ ਮੀਟਰ, ਫਰਮੀ ਕਿੰਨਾ ਹੁੰਦਾ ਆਪਣੇ ਕੋਲ 10⁻⁻15। ਠੀਕ ਹੈ, ਤੇ ਆ ਵੈਲਿਊ ਹੈ 0.8 FM। ਮਤਲਬ ਜੇ ਆਪਣੇ ਕੋਲ ਲੌਜਿਕ ਸਮਝੋ, ਆ ਡਿਸਟੈਂਸ ਹੈ, ਜੇ ਆਪਣੇ ਕੋਲ ਡਿਸਟੈਂਸ 0.2 ਐਟਮਸ ਦੇ ਵਿਚਕਾਰ, ਦੋ ਨਿਊਕਲੀਅਨਸ ਦੇ ਵਿਚਕਾਰ, ਐਟਮਸ ਨਹੀਂ ਕਹਾਂਗੇ, ਨਿਊਕਲੀਅਨਸ ਦੇ ਵਿਚਕਾਰ ਆ ਡਿਸਟੈਂਸ ਹੈ, ਜੇ ਆ ਡਿਸਟੈਂਸ 0.8 FM ਤੋਂ ਘੱਟ ਹੈ ਤਾਂ ਕਰਵ ਉੱਪਰ ਹੈ। ਕਰਵ ਉੱਪਰ ਹੈ ਤਾਂ ਕੀ ਹੈ ਆਪਣੇ ਕੋਲ ਫੋਰਸ ਕੀ ਹੈ, तो देखो, तो न्यूक्लियर फोर्स की रिपल्सिव है। ठीक है, पॉजिटिव फोर्स की शो करती है रिपल्सन, नेगेटिव फोर्स की शो करती है अट्रैक्शन। ਜੇ ਆਪਣੇ ਕੋਲ ਦੋ ਨਿਊਕਲੀਅਸ ਦੇ ਵਿਚਕਾਰ ਡਿਸਟੈਂਸ ਲੈਸ ਦੈਨ 0.8 FM ਹੈ, ਦੈਨ ਜਿਹੜੀ ਫੋਰਸਿਸ ਨੇ ਉਹ ਕੀ ਆਪਣੇ ਕੋਲ ਰਿਪਲਸਿਵ। ਜੇ ਆਪਣੇ ਕੋਲ 10 FM ਤੋਂ ਜ਼ਿਆਦਾ ਹੈ ਡਿਸਟੈਂਸ, 10 ਫਰਮੀ ਮੀਟਰ ਤੋਂ ਜ਼ਿਆਦਾ ਡਿਸਟੈਂਸ ਹੈ ਦੋ ਨਿਊਕਲੀਅਸ ਦੇ ਵਿਚਕਾਰ, ਤਾਂ ਫੋਰਸ ਕੀ ਹੋ ਜਾਊਗੀ, ਨੈਗਲੀਜੀਬਲ ਹੋ ਜਾਊਗੀ, ਐਕਟ ਕਰਨਾ ਬੰਦ ਕਰ ਦੂ, ਸੈਚੂਰੇਸ਼ਨ ਪੁਆਇੰਟ ਹੋ ਜੂ ਜਾਂ ਫਿਰ ਡਿਸਟੈਂਸ ਤੋਂ ਚੇਂਜ ਕਰਨਾ ਬੰਦ ਕਰ ਦੂ। ਬਟ ਜੇ ਆਪਣੇ ਕੋਲ ਦੋ ਨਿਊਕਲੀਅਸ ਦੇ ਵਿਚਕਾਰ ਡਿਸਟੈਂਸ 0.8 FM ਤੋਂ 10 FM ਦੇ ਵਿਚਕਾਰ ਹੈ, ਦੈਨ ਇੱਥੇ ਕੀ ਹੋ ਜਾਊਗਾ, ਅਟਰੈਕਸ਼ਨ ਐਕਟ ਕਰੂਗੀ। ਦੈਨ ਕੀ ਕਰਨਗੇ ਕਿ ਤੁਸੀਂ ਨੂੰ ਅਟਰੈਕਟ ਕਰਨਗੇ। ठीक है, ਹੁਣ ਮੈਂ ਸਪੇਸ ਕ੍ਰੀਏਟ ਕਰਕੇ ਥੋੜਾ ਜਿਹਾ ਲਿਖ ਲਿਆ। ਹੋਪ ਤੁਸੀਂ ਪਿਛਲੇ ਪੁਆਇੰਟਸ ਨੋਟ ਕਰ ਲਏ ਹੋਣਗੇ। ਜਿਨ੍ਹਾਂ ਨੇ ਪਿਛਲੇ ਪੁਆਇੰਟਸ ਪੈਂਡਿੰਗ ਹੈ ਤਾਂ ਵੀਡੀਓ ਨੂੰ ਪੌਜ਼ ਕਰੋ ਤੇ ਨੋਟ ਕਰੋ ਆਰਾਮ ਨਾਲ। डायग्राम ड्रॉ कर ली, डायग्राम के पॉइंट्स ने 1 2 3 करके अपने को। ठीक है, डायग्राम के पॉइंट्स ने, फर्स्ट पॉइंट आंदा अपने को, इफ डिस्टेंस बिटवीन टू न्यूक्लियंस is more than 10 FM। जी 10 FM तो ज्यादा है, या आप लिख सकते हैं if x is greater than 10 FM,
then force की हो जाएगी negligible, the force की हो जाएगी अपने को approximately 0. Second point, if x less than 0.8 fm, x की अपने को distance between two nucleons, जे distance between two nucleons 0.8 फर्मी मीटर तो लेस है तक की हो जाएगी फोर्स की हो जाएगी रिपल्सिव हो जाएगी, फोर्स इज रिपल्सिव इन नेचर, ठीक है। थर्ड, जे अपने को डिस्टेंस लाई करूगा 10 fm ਦੇ ਵਿਚਕਾਰ ਤੇ 0.8 fm ਦੇ ਵਿਚਕਾਰ, then force ਕੀ ਹੋ ਜਾਊਗੀ ਅਟਰੈਕਟਿਵ ਹੋ ਜਾਊਗੀ, ਫਿਰ ਆਪਣੇ ਕੋਲ ਨਿਊਕਲੀਅਰ ਫੋਰਸਿਸ ਐਕਟ ਕਰਨਗੀਆਂ, ਉਹ ਬਾਉਂਡ ਕਰਕੇ ਰੱਖਣਗੇ, force is attractive in nature, ठीक है। ਸਿੰਪਲ ਹੈ, ਕੁਛ ਹੈ ਨਹੀਂ ਖਾਸ ਇਸ ਚ। ਨਿਊਕਲੀਅਸ ਕੀ ਹੋਣਗੇ, ਉਹ ਪਾਰਟੀਕਲ ਜਿਹੜੇ ਨਿਊਕਲੀਅਸ ਦੇ ਇਨਸਾਈਡ ਆ ਉਹਨਾਂ ਨੂੰ ਕੀ ਕਹਾਂਗੇ ਨਿਊਕਲੀਅਸ। ਨੋਟਬੁੱਕ ਤੇ ਟੌਪ ਤੇ ਨੋਟ ਕਰ ਲਓ, ਚਾਹੇ ਦੁਬਾਰਾ ਲਿਖਵਾ ਦੇਣਾ ਕਿ ਨਿਊਕਲੀਅਸ ਕਿਹੜੇ ਹੋਣਗੇ, ਨਿਊਕਲੀਓਨਸ, ਕਿਉਂਕਿ ਸਾਰੇ ਚੈਪਟਰ 'ਚ ਇਹੀ ਵਰਡ ਯੂਜ਼ ਹੋਊਗਾ, ਪ੍ਰੋਟੋਨਸ ਪਲੱਸ ਨਿਊਟਰੋਨਸ ਨੂੰ ਕੀ ਕਹਾਂਗੇ ਆਪਾਂ ਨਿਊਕਲੀਓਨਸ। ਤੇ ਦੀ ਬੇਸਿਕ ਡੈਫੀਨੇਸ਼ਨ ਕੀ ਬਣੂਗੀ, ਪਾਰਟੀਕਲਸ ਇਨਸਾਈਡ ਦਾ ਨਿਊਕਲੀਅਸ, ਇਹ ਨੋਟਬੁੱਕ ਤੇ ਟੌਪ ਤੇ ਨੋਟ ਕਰ ਲਓ, ਪਾਰਟੀਕਲਸ ਇਨਸਾਈਡ ਦਾ ਨਿਊਕਲੀਅਸ ਆਰ ਕਾਲਡ ਨਿਊਕਲੀਓਨਸ, are called nucleons, ठीक है। इन नोटबुक के टॉप पे नोट कर लो। होप इन्ना क्लियर होगा जिन्ना कि दस्सिया हैगा, ठीक है। उस तो बाद दो डेफिनेशन है लेंथी लेंथी देख लो, फिर अपने जो कल दो डेफिनेशन से पेंडिंग है वो भी कर लेने। पहला आ जाता अपने को मास डिफेक्ट, तो मास डिफेक्ट की होंगे अपने को डेल्टा एम का सिंबल होंगे, ट्रू वैल्यू ते प्रैक्टिकल वैल्यू च डिफरेंस ਨੂੰ ਕੀ ਕਹ ਦਾਂਗੇ ਆਪਾਂ ਮਾਸ ਡਿਫਰੈਂਸ, मास डिफरेंस भी कह सकते हैं, डिफेक्ट भी कह सकते हैं। तो स्टेटमेंट भी है, इट इज डिफाइंड एज द डिफरेंस between theoretical mass, वैल्यू लिख रहे हैं मास लिख देंगे, theoretical mass and actual mass of nucleus, ठीक है। उन्हें का मतलब समझो, एक एक्चुअल मास एक theoretical mass, तो अपने को सिंबल है एटम का ZXA, इस दे विच अपने को theoretical mass कितना होगा, theoretical mass अपने को हो जाएगा जिन्ने नंबर ऑफ प्रोटॉन्स है इनटू mp प्लस जिन्ने नंबर ऑफ न्यूट्रॉन्स है इनटू mn, इत्थे mp की है मास ऑफ प्रोटॉन, mn की है मास ऑफ न्यूट्रॉन, ये हो गया अपने को theoretical mass। जेड़ा अपने को एक्चुअल मास आऊगा, एक्चुअल मास कितना होगा अपने को mn कह देंगे, ठीक है। ਤੇ ਦੋਨਾਂ ਦਾ ਡਿਫਰੈਂਸ ਹੈ ਡੈਲਟਾ m ਕੀ ਹੋ ਜਾਊਗਾ, ਦੋਨਾਂ ਦਾ ਡਿਫਰੈਂਸ, ਤਾਂ ਹਮੇਸ਼ਾ ਥਿਓਰੈਟੀਕਲ ਮਾਸ ਹੋਊਗਾ ਜ਼ਿਆਦਾ ਹੋਊਗਾ ਐਕਚੁਅਲ ਮਾਸ ਨਾਲੋਂ। ਐਕਚੁਅਲ ਮਾਸ ਘੱਟ ਕਿਉਂ ਹੈ, ਬਿਕੋਜ਼ ਜਦੋਂ ਐਟਮ ਦੇ ਨਿਊਕਲੀਅਸ ਨੇ ਕੰਬਾਈਨ ਕਰਨਾ ਹੈ ਤਾਂ ਉਸ ਮੂਵਮੈਂਟ ਤੇ ਉਹ ਸਟੇਬਿਲਿਟੀ ਦੇ ਵਾਸਤੇ ਕੁਛ ਨਾ ਕੁਛ એનર્ਜੀ ਲੂਜ਼ ਕਰੂਗਾ, ਜਿਹੜੀ એનર્ਜੀ ਲੂਜ਼ ਕਰੂਗਾ ਉਹ ਕਿੱਥੋਂ ਪ੍ਰੋਵਾਈਡ ਹੋਊਗੀ, ਉਹ ਉਸਦੇ ਮਾਸ ਤੋਂ ਪ੍ਰੋਵਾਈਡ ਹੋਊਗੀ। ਮਤਲਬ ਲੈਟ ਸੇ ਪਹਿਲਾਂ ਉਸਕੋ ਮਤਲਬ ਸਾਰੇ ਪਾਰਟੀਕਲ ਇਕੱਠੇ ਕੀਤੇ 100 ਗ੍ਰਾਮ ਪਾਰਟੀਕਲ ਹੋ ਗਏ, ਉਹਦੇ ਚ ਉਸਨੇ 1 ਗ੍ਰਾਮ ਦਾ ਮਾਸ ਦੇ ਇਕੁਇਵਲੈਂਟ એનર્ਜੀ ਨੂੰ ਯੂਜ਼ ਕਰਤਾ ਉਹਨਾਂ ਨੂੰ ਕੰਬਾਈਨ ਕਰਨ ਵਾਸਤੇ, ਤਾਂ ਉਸਕੋ ਹੁਣ ਕੰਬਾਈਨ ਹੋ ਗਏ ਕਿੰਨੇ ਬਚੇ 99, ਤਾਂ ਆਪਣੇ ਕੋਲ ਥਿਓਰੈਟੀਕਲ ਕਿੰਨਾ ਹੈ 100,
बट एक्चुअल कितना 99 बिकॉज उसने एक मास नंबर ਨੂੰ यूटिलाइज कर लिया for the purpose of combining them तो अपने को डेल्टा m की हो जाएगा that would be z into mp plus a minus z into mn minus actual mass तो ये हो गया अपने कुल मास डिफेक्ट ठीक है तो मतलब अपने को 100 रुपए से 1 रुपया इकट्ठा कर दिया तो उससे 1 रुपया यूज करता फॉर द पर्पस उन्होंने कंबाइन करने वास्ते रबड़ लगाने वास्ते ऐ समझ लो तो जी रबड़ लगी है वो 1 रुपए की आ गई बट हुण अपने को कितने रुपए बच गए दोबारा सुन लो अपने को लेट्स से 1 रुपए के नोट ने पुराने टाइम की गल करते 1 रुपीज नोट ने किन्ने ने 100 नोट ने अपने को थ्योरेटिकल कितने रुपए हो गए 100 रुपए हो गए ਹੁਣ 100 ਨੋਟ ਨੂੰ ਫੜ ਕੇ ਰੱਖਣਾ ਔਖਾ ਤਾਂ ਕੀ ਕੀਤਾ ਮੈਨੇ 1 ਰੁਪਏ ਦੀ ਰਬੜ ਪਰਚੇਸ ਕਰ ਲਈ ਹੁਣ ਮੈਨੇ 1 ਰੁਪਏ ਯੂਟਿਲਾਈਜ਼ ਕਰਤਾ ਤਾਂ ਮੇਰੇ ਕੋਲ ਰਿਮੇਨਿੰਗ ਕਿੰਨੇ ਬਚੇ 1 ਰੁਪਏ ਦੀ ਰਬੜ ਨੇ 99 ਰੁਪੀਸ ਦੇ ਨੋਟਸ ਨੂੰ ਬੰਡਲ ਬਣਾ ਕੇ ਬਾਈਂਡ ਕਰ ਲਿਆ ਤਾਂ ਜਿਹੜਾ 1 ਰੁਪਿਆ ਯੂਟਿਲਾਈਜ਼ ਹੋਇਆ that is called energy for the purpose of combining them ਜਿਸਨੂੰ ਆਪਾਂ ਸਟੇਬਿਲਿਟੀ ਦੀ એનર્ਜੀ ਕਹਿ ਸਕਦੇ ਹਾਂ ਠੀਕ ਹੈ ਤਾਂ ਆਪਣੇ ਕੋਲ ਡੈਲਟਾ m ਕੀ ਹੋਊਗਾ ਪੋਜ਼ਿਟਿਵ डेल्टा m पॉजिटिव होगा इसके कोरस्पोंडिंग एनर्जी फाइंड करांगे जिसको ਆਪਾਂ बाइंडिंग एनर्जी कहांगे सेकंड ਜਿਹੜੀ डेफिनेशन है कंटिन्यूटी ਚ सेकंड डेफिनेशन ਆਪਣੇ ਕੋਲ बाइंडिंग एनर्जी ਤਾਂ ਜਦੋਂ ਨਿਊਕਲੀਅਸ ਬਾਈਂਡ ਹੋਇਆ ਲੌਜੀਕ ਸਮਝੋ ਜਦੋਂ ਨਿਊਕਲੀਅਸ ਬਾਈਂਡ ਹੋਇਆ ਤਾਂ ਥਿਓਰੈਟੀਕਲ ਤੋਂ ਐਕਚੁਅਲ ਮਾਸ ਚ ਕਨਵਰਟ ਹੋਇਆ ਤਾਂ ਉਸਨੇ ਕੁਛ ਨਾ ਕੁਛ એનર્ਜੀ ਰਿਲੀਜ਼ ਕੀਤੀ ਸਟੇਬਿਲਿਟੀ ਵਾਸਤੇ ਠੀਕ ਹੈ એનર્ਜੀ ਰਿਲੀਜ਼ ਕਰਦਾ तो वही एनर्जी की है बाइंडिंग एनर्जी है तो बाइंडिंग एनर्जी किहदे इक्वल है वो इक्वल है जिन्ना मास डिफेक्ट सी ओदे कोरस्पोंडिंग एनर्जी मास डिफेक्ट कितना सी z into mp plus a minus z into mn minus mn into c स्केयर एक ही अपने को बाइंडिंग एनर्जी है ठीक है तो मास डिफेक्ट ਦੇ ਕੋਰਸਪੋਂਡਿੰਗ ਜਿੰਨੀ ਜਾਊਲ ਦੇ ਵਿੱਚ એનર્ਜੀ ਨਿਕਲਦੀ ਹੈ ਉਸਨੂੰ ਕੀ ਕਹਾਂਗੇ ਆਪਾਂ ਬਾਈਂਡਿੰਗ એનર્ਜੀ ਮੀਨਿੰਗ ਕੀ ਬਣੂਗਾ ਕਿ ਜਦੋਂ ਆਪਾਂ ਨੇ ਨਿਊਕਲੀਓਨਸ ਨੂੰ ਨਿਊਕਲੀਅਸ ਦੇ ਵਿੱਚ ਬਾਈਂਡ ਕਰਕੇ ਰੱਖਣਾ ਹੈ ਤਾਂ ਜਿੰਨੀ એનર્ਜੀ ਰਿਕੁਆਇਰਡ ਹੈ ਨਿਊਕਲੀਓਨਸ ਨੂੰ ਅੰਦਰ ਰੱਖਣ ਦੇ ਲਈ ਉਸ ਨੂੰ ਕੀ ਕਹਿੰਦੇ ਆਪਾਂ ਬਾਈਂਡਿੰਗ એનર્ਜੀ ਕਹਿੰਦੇ ਆ ਠੀਕ ਹੈ એનર્ਜੀ ਰਿਕੁਆਇਰਡ ਟੂ ਬਾਈਂਡ ਦ ਨਿਊਕਲੀਓਨਸ ਇਨਸਾਈਡ ਦ ਨਿਊਕਲੀਅਸ ਹੁਣ ਇਹਦੇ ਰਿਵਰਸ ਵੀ ਬੋਲਦੇ ਆ ਕਿਉਂਕਿ ਜਦੋਂ ਆਪਾਂ ਨਿਊਕਲੀਅਸ ਬਾਉਂਡ ਤਾਂ ਆਲਰੇਡੀ ਹੈਗਾ ਹੀ ਹੈ ਉਸਨੇ એનર્ਜੀ ਰਿਲੀਜ਼ ਕਰਤੀ ਜੇ ਮੈਂ ਉਹੀ ਇਕੁਇਵਲੈਂਟ એનર્ਜੀ ਨੂੰ ਵਾਪਸ ਦੇਵਾਂਗਾ ਮਤਲਬ ਇਹ ਸਮਝੋ ਆ ਨਿਊਕਲੀਅਸ ਹੈ ਨਿਊਕਲੀਅਸ ਨੇ ਜਦੋਂ ਨਿਊਕਲੀਅਨਸ ਨੂੰ ਕੰਬਾਈਨ ਕੀਤਾ ਤਾਂ એનર્ਜੀ ਲੈਟਸ ਸੇ 100 ਜੂਲ ਰਿਲੀਜ਼ ਕਰਤੀ ਠੀਕ ਹੈ ਹੁਣ ਇਹ ਤਾਂ ਆਲਰੇਡੀ ਆਪਣੇ ਕੋਲ ਪਹਿਲਾਂ ਅਵੇਲੇਬਲ ਹੈ ਆ ਚੀਜ਼ ਕਿਉਂਕਿ ਜਿਹੜਾ ਐਟਮ ਹੈ ਉਹ ਆਪਣੇ ਕੋਲ ਪਹਿਲਾਂ ਹੀ ਬਾਉਂਡਡ ਸਟੇਟ 'ਚ ਅਵੇਲੇਬਲ ਹੈ ਨਿਊਕਲੀਅਸ ਜੋ ਹੈ ਬਾਉਂਡਡ ਸਟੇਟ 'ਚ ਅਵੇਲੇਬਲ ਹੈ ਹੁਣ ਜੇ ਮੈਂ ਇਹ 100 ਜੂਲ ਦੀ એનર્ਜੀ ਨੂੰ ਵਾਪਸ ਇਹਦੇ ਵਿੱਚ ਪਾ ਦੂੰਗਾ ਤਾਂ ਇਹ ਨਿਊਕਲੀਅਨਸ ਕੀ ਕਰ ਜਾਣਗੇ ਅਲੱਗ-ਅਲੱਗ ਹੋ ਜਾਣਗੇ ਸਪਰੈਡ ਕਰ ਜਾਣਗੇ ਤਾਂ ਆਪਾਂ ਹੁਣ ਇਹ ਸਮਝਾਂਗੇ ਕਿ ਆਪਾਂ ਨਿਊਕਲੀਅਸ ਦੇ ਵਿੱਚ ਕਿੰਨੀ એનર્ਜੀ ਦੇਈਏ ਸੋ ਦੈਟ ਨਿਊਕਲੀਓਨਸ ਦੂਰ ਦੂਰ ਹੋ ਜਾਣ ਤਾਂ ਉਸ ਨੂੰ ਕੀ ਕਹਾਂਗੇ ਆਪਾਂ ਬਾਈਂਡਿੰਗ એનર્ਜੀ ਤਾਂ ਚਾਹੇ ਜਦੋਂ ਜਦੋਂ ਨਿਊਕਲੀਓਨਸ ਇਕੱਠੇ ਹੋਏ ਤਾਂ ਇਹਨਾਂ ਨੇ ਬਾਈਂਡਿੰਗ એનર્ਜੀ ਨੂੰ ਰਿਲੀਜ਼ ਕੀਤਾ ਪਰ ਜਦੋਂ ਆਪਾਂ ਨੇ ਇਹਨਾਂ ਨੂੰ ਇਕੱਠੇ ਮਤਲਬ ਇਹੀ એનર્ਜੀ ਦੇ ਦਾਂਗੇ ਤਾਂ ਇਹ ਕੀ ਕਰ ਜਾਣਗੇ ਇੱਕ ਦੂਜੇ ਤੋਂ ਦੂਰ ਹੋ ਜਾਣਗੇ ਤਾਂ ਉਹ ਵੈਲਿਊ ਸੇਮ ਹੈ ਫਾਰਮੂਲਾ ਵਾਲਾ ਹੈਗਾ ਠੀਕ ਹੈ ਮੈਥਡ ਉਸ ਨੂੰ ਸਮਝਣ ਦਾ ਅਲੱਗ-ਅਲੱਗ ਹੈ ਤਾਂ स्टेटमेंट देख लो और क्लैरिफाई हो जाएगा द एनर्जी रिक्वायर्ड स्टेटमेंट देख लो बाइंडिंग एनर्जी दी द एनर्जी रिक्वायर्ड टू स्प्लिट all the nucleons energy required to split all the nucleons to infinite distance to infinite distance apart from each other apart from each other is called बाइंडिंग एनर्जी ठीक है कि ਜਦੋਂ ਨਿਊਕਲੀਅਸ ਨੇ ਕੰਬਾਈਨ ਹੋਇਆ ਸੀ ਤਾਂ ਉਸਨੇ ਇੰਨੀ એનર્ਜੀ ਬਾਹਰ ਕੱਢੀ ਸੀ ਜੇ ਆਪਾਂ ਇਹੀ એનર્ਜੀ ਵਾਪਸ ਨਿਊਕਲੀਅਸ ਚ ਪੁਸ਼ ਕਰ ਦਾਂਗੇ ਐਕਸਟਰਨਲ એનર્ਜੀ ਤਾਂ ਨਿਊਕਲੀਅਸ ਕੀ ਹੋ ਜਾਣਗੇ ਦੂਰ ਦੂਰ ਹੋ ਜਾਣਗੇ ਤਾਂ ਇਹੀ એનર્ਜੀ ਕੀ ਹੈ ਬਾइंडिंग એનર્ਜੀ ਹੈ ठीक है तो मैथमेटिकली की देख ले एनर्जी equivalent to
mass defect is called binding energy। ਤਾਂ mass defect ਦੀ equivalent ਜਿਹੜੀ energy ਹੁੰਦੀ ਉਸਨੂੰ ਕੀ ਕਹਿੰਦੇ ਆਪਾਂ binding energy ਕਹਿੰਦੇ ਆ। ਤੇ mathematical equation ਲਿਖੀ mass defect ਕਿੰਨਾ ਹੁੰਦਾ ਹੈ difference of actual mass to the theoretical mass ਤੇ binding energy ਕਿੰਨੀ ਹੋ ਜੂਗੀ that would be equal to delta m into c square। ठीक है सिंपल नोट कर लो आराम नाल। फिर अपने को दो डेफिनेशंस ने जो कल पेंडिंग सीगियां वो वाले डिस्कस करते हैं। हाँ वाला तो पहले ही नोट कर लिया हुआ है। कल दे दो डेफिनेशंस पेंडिंग सीगियां। एक डेफिनेशन है अपने को एक्साइटेशन पोटेंशियल, एक है एक्साइटेशन एनर्जी। पहला आप करांगे एक्साइटेशन एनर्जी दे डिस्कस, फिर एक्साइटेशन पोटेंशियल दे जाएंगे। तो एक्साइटेशन एनर्जी की है कोई न्यूक्लियस है आ लेवल्स इलेक्ट्रॉन नीचे है उसने किसी होर ऑर्बिट ते जंप कराना है तो जंप कराने वास्ते जितनी एनर्जी देनी पड़ेगी दैट एनर्जी इज कॉल्ड एक्साइटेशन एनर्जी। स्टेटमेंट भी सेम है द मिनिमम energy required by electron to jump from one orbit to another orbit from one orbit to another orbit is called excitation energy। is called excitation energy। ठीक है फिर नेक्स्ट है अपने को एक्साइटेशन पोटेंशियल। ਹੁਣ એનર્ਜੀ ਜੋ ਦੇਣੀ ਹੁੰਦੀ ਹੈ ਉਹ ਚਾਉਲ ਜਾਂ ਹੀਟਿੰਗ ਚ ਤਾਂ ਦਿੰਦੇ ਨਹੀਂ, ਉਹ ਤਾਂ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਕਰਦੇ ਆ ਐਟਮਸ ਦੇ ਵਿਚਕਾਰ, ਮੈਟਲ ਦੀ ਸਰਫੇਸ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਕਰਦੇ ਆ, बैटरी कनेक्ट करते हैं जिस नाल वो जंप करने स्टार्ट कर देते हैं। तो भी करने द पोटेंशियल डिफरेंस required to make electron jump from one orbit to another orbit is called excitation potential। ठीक है तो एक ऑर्बिट तो दूसरे ऑर्बिट च जंप कराना इलेक्ट्रॉन ਨੂੰ ਤਾਂ ਮਿਨੀਮਮ ਕਿੰਨੀ એનર્ਜੀ ਚਾਹੀਦੀ ਉਸਨੂੰ ਕਹਿੰਦੇ ਆ ਐਕਸਾਈਟੇਸ਼ਨ એનર્ਜੀ। ਤੇ ਉਹ એનર્ਜੀ ਕਿਸ ਫਾਰਮੈਟ ਚ ਪ੍ਰੋਵਾਈਡ ਕਰਦੇ ਹੁੰਦੇ ਆ ਇਨ ਦਾ ਫਾਰਮੈਟ ਆਫ ਪੋਟੈਂਸ਼ੀਅਲ ਡਿਫਰੈਂਸ। ਤਾਂ ਉਸ ਪਾਰਟਿਕੂਲਰ ਪੋਟੈਂਸ਼ੀਅਲ ਨੂੰ ਕੀ ਕਹਾਂਗੇ ਆਪਾਂ ਐਕਸਾਈਟੇਸ਼ਨ ਪੋਟੈਂਸ਼ੀਅਲ। एंड ਇਹਦਾ ਚਾਹੇ ਪੌਜ਼ ਕਰਕੇ ਇਹਦੀ ਨੋਟ ਕਰ ਲਓ बट नोट कर लो जरूरी है। ठीक है कल वाले दो डेफिनेशन पेंडिंग सी आज कंप्लीट हो गया तो ये 8 भी चैप्टर थोड़ा टाइम लगेगा बाकी इस कुछ ज्यादा है नहीं खास, इजी टू अंडरस्टैंड।